गर्दन है जी इथों बड़ी उवें काली शाह हुई पई निशान होया दवाई सी जिवें घुट के रखी दी उवें काली शाह ते उंगलियां दे लेकिन उदों वड्डियां ज्यादा औरतां ने उहदी दाल नहीं गलन दित्ती ओनू नहावन दे नेड़े ही नहीं जान दित्ता तू बीमार है तू अहीं ये वो तू मने होके बैठ लेकिन जी हम इस वक्त मौजूद हैं कसूर का नवाई इलाकों भेड़ सोडिया में मौजूद हैं। यहाँ पर आपको बताता चलें तकरीबन 1.5 से 2 माह पहले एक यानी कि हमारी बहन को बेरहमी के साथ कत्ल किया जाता है। तो यहाँ पर पुलिस भी मौजूद है और इलाकाई मजिस्ट्रेट भी मौजूद है और कसीर तादाद में अहले गांव के लोग भी मौजूद हैं। यहाँ पर कब्र कशाई की गई। कब्र कशाई के बाद क्या मनाजर देखे, हमारे पास वो भाई मौजूद हैं जो मौके पर थे जब वो हमारी बहन मुतासरा बहन कत्ल हुई। उसके बाद भी ये बदतशद्दुद के निशान थे। उसके बाद कब्र कशाई हुई तो कब्र कशाई में इन्होंने क्या मनाजर देखे तमाम यानी कि कहानी इस भाई की ज़बानी सुनते हैं। अस्सलाम वालेकुम। वालेकुम सलाम जी। ਤੁਹਾਨੂੰ ਕਿਵੇਂ ਪਤਾ ਚੱਲਦਾ ਵੇ ਕਿ ਉਹਨਾਂ ਨੂੰ ਕਤਲ ਕੀਤਾ ਗਿਆ? ਉਹ ਜੀ ਉਹਦੇ ਜਿਸਮ ਤੇ ਖਰਾਸ਼ਾਂ ਬੜੀਆਂ ਪਈਆਂ ਸੀ ਜਦੋਂ ਉਹਨੂੰ ਨਲਾ ਤੇ ਉਹਨੂੰ ਖਫਨ ਦੇ ਬੰਦੇ ਚਿਹਰਾ ਦੇਖਦੇ ਨੇ ਹਾਂਜੀ ਬਾਜ਼ ਵੀ ਬਾਜੀਆਂ ਆਉਂਦੀਆਂ ਸੀ ਵੀ ਇਹਨੂੰ ਗਲ ਘੁੱਟਿਆ ਗਿਆ ਇਹਨੂੰ ਐਂ ਕੀਤਾ ਤੇ ਮੈਂ ਬਜ਼ਾਤੇ ਖੁਦ ਮੈਂ ਆਖਿਆ ਮੈਂ ਚਲੋ ਦੇਖ ਕੇ ਆਣਾ ਸਾਡੀ ਵੀ ਭੈਣ ਹੈ। ਬਿਲਕੁਲ ਜੀ। ਮੈਂ ਦੇਖਣ ਵਾਸਤੇ ਗਿਆ ਮੈਨੇ ਮਨਾਜ਼ਰਾ ਦੇਖਿਆ ਉਸ ਦਿਨ ਆ ਜਿਹੜੀ ਉਵੇਂ ਕਾਲੀ ਸ਼ਾਹ ਹੋਈ ਪਈ ਨਿਸ਼ਾਨ ਹੋਇਆ ਦਵਾਈ ਸੀ ਜਿਵੇਂ ਘੁੱਟ ਕੇ ਰੱਖੀ ਦੀ ਉਵੇਂ ਕਾਲੀ ਸ਼ਾਹ ਤੇ ਉਂਗਲੀਆਂ ਦੇ ਨਿਸ਼ਾਨ ਵੀ ਗਰਦਨ ਤੇ ਪੈ ਸੀ ਅਕੀਰ ਵੀ ਮਰਨਾ ਹੈ। ਔਰ ਉਸਦੀ ਛਾਤੀ ਸੀ ਜਿਹੜੀ ਇਹ ਵੀ ਉਸਨੇ ਬੇਰਹਿਮੀ ਨਾਲ ਉਸਦੇ ਉੱਤੇ ਰੇਪ ਕਰਦਾ ਰਿਹਾ ਕੰਜਰ ਅੱਲਾ ਨੇ ਚੱਕ ਵੜਦਾ ਰਿਹਾ ਜਾਂ ਜੋ ਵੀ ਕਰਦਾ ਰਿਹਾ ਉਹ ਵੀ ਉਹਦੇ ਉੱਤੇ ਨਿਸ਼ਾਨ ਸੀ। ਉਹਦੀ ਟੂਈ ਕੰਡ ਸਾਰੀ ਕਾਲੇ ਦਾਗ ਪੈ ਗਏ ਜਿਵੇਂ ਕੋਈ ਸ਼ੈ ਉੱਤੇ ਮਾਰਦਾ ਰਿਹਾ। ਆ ਕੱਛਾਂ ਦੇ ਵਿੱਚ ਤੇ ਥੱਲੇ ਵੱਖੀਆਂ ਵਿੱਚ ਪਸਲੀਆਂ ਵੀ ਉਹਨੇ ਕੁੱਟ ਕੇ ਨੀਲੀਆਂ ਹੋਈਆਂ ਜਿਸਮ ਉਹਦਾ ਸਾਰਾ ਹੋਇਆ ਪਿਆ ਸੀ। ਉੱਥੇ ਅੱਲਾ ਇਹਦਾ ਫੈਸਲਾ ਖੁਦ ਕਰੇ। ਅੱਛਾ ਅੰਕਲ ਜੀ ਤੁਸੀਂ ਮੈਨੂੰ ਇਹ ਦੱਸੋ ਅੱਜ ਜਦੋਂ ਕਬਰ ਕਸ਼ਾਈ ਕੀਤੀ ਗਈ ਹੈ ਤੁਸੀਂ ਮੌਕੇ ਤੇ ਮੌਜੂਦ ਸਾਜੇ ਜਦੋਂ ਸਲੈਬਾਂ ਚੁੱਕੀਆਂ ਤੇ ਕੋਈ ਬਦਬੂ ਆਈ ਹੋਵੇ? ਨਹੀਂ ਜੀ ਜਦੋਂ ਇਨਸਾਨ ਫੌਤ ਹੁੰਦਾ ਸਭ ਤੋਂ ਗੰਦੀ ਬੋ ਇਨਸਾਨ ਦੀ ਆਉਂਦੀ ਜੀ। ਦੁਨੀਆ ਦੀ ਕੋਈ ਸ਼ਾਇਦ ਮਸਲ ਜੋ ਵੀ ਫੌਤ ਮਰ ਜਾਂਦੀ ਉਹ ਜਾਨਵਰ ਜਾਂਦਾ ਬੇਜਾਨ ਮਰਦਾ ਉਹਦੀ ਬੜੀ ਗੰਦੀ ਬਦਬੂ ਆਉਂਦੀ ਲੇਕਿਨ ਸਭ ਤੋਂ ਜ਼ਿਆਦਾ ਬੋ ਇਨਸਾਨ ਦੀ ਆਉਂਦੀ। लेकिन बच्ची की जब कबर पट्टी गई कुछ कसम नाल कसमिया कहने पे बड़े प्यारी खुशबू आई है कोई बदबू नहीं आई वो तो। और जो बाहर कट के फट्टे ते पाया गया सारे लोगों ने देखा डॉक्टर ने भी देखा बच्ची 3-4 नर्सा डॉक्टर सी और जज हजरात भी सी मजिस्ट्रेट साहब दे पुलिस भी सी और सारे कोल सी उन्हें सामने उन्हें सारे कहते सी यार ये जा मुनाजरा जिंदगी च पहली बारी देखने पे बड़ियां कबरां कशाइयां हुई ने लेकिन इन्नी बदबू आंदी जिंदी इंतहा ही नहीं। लेकिन ਇਹ ਬਾਅਦ ਬੱਚੀ ਦੇਖੀ ਜਿੰਦੀ ਖੁਸ਼ਬੂ ਵੀ ਉਵੇਂ 2 ਮਾਹ ਬਾਅਦ ਕੱਢੀ ਤੇ ਫੁੱਲ ਵੀ ਉਵੇਂ ਨਿਕਲਦੇ ਪਏ ਜਿਵੇਂ ਕੱਲ ਦਫਨਾਈ। ਅੱਛਾ ਜਦੋਂ ਕਬਰ ਦੇ ਵਿੱਚੋਂ ਕੱਢਿਆ ਤੇ ਫੁੱਲ ਵੀ ਉਂਝ ਦੇ ਹਰੇ ਦੇ? ਹਾਂਜੀ ਫੁੱਲ ਉਵੇਂ ਖੁਸ਼ਬੂ ਸੁੱਕੇ ਹੋਏ ਨਹੀਂ ਦੇ ਕੋਈ ਫੁੱਲ ਮੁਰਝਾਇਆ ਨਹੀਂ ਸੀ ਉਵੇਂ ਫੁੱਲ ਦੇਖਦਾ ਪਿਆ ਕਿਵੇਂ ਹੁਣ ਕਿਸੇ ਦਫਨਾਈ ਹੈ ਤੇ ਉਵੇਂ ਬਾਹਰ ਕੱਢਿਆ। ਅੱਛਾ ਜਦੋਂ ਉਹਨੂੰ ਬਾਹਰ ਕੱਢ ਕੇ ਫੱਟੇ ਤੇ ਰੱਖਿਆ ਤੇ ਉਹਦਾ ਜਿਸਮ ਯਾਨੀ ਕਿ ਕੋਈ ਗਲ ਸੜ ਜਾਂਦਾ ਹੈ ਜਾਂ ਕੋਈ ਇੰਜ ਦੇ? ਨਹੀਂ ਜੀ ਉਹਦੇ ਜਿਸਮ ਤੇ ਕੋਈ ਖਰਾਸ਼ ਨਹੀਂ ਆਈ ਕਿਸੇ ਕਿਸਮ ਦੇ ਵੀ ਉਹਦਾ ਕਫਨ ਤੱਕ ਮੈਲਾ ਨਹੀਂ ਹੁਆ। ਕਫਨ ਵੀ ਉਂਝ? ਹਾਂਜੀ ਦੂਰੋਂ ਅਸੀਂ ਸਾਡੀ ਭੈਣ ਸੀ ਉਹਨਾਂ ਦੂਰੋਂ ਅਸੀਂ ਖੋ ਕੇ ਵੇਖਦੇ ਰਹੇ ਹਾਂ ਕਫਨ ਵੀ ਹੁੰਦਾ ਐਵੇਂ ਸੀ ਜਿਵੇਂ ਰਾਤ ਨੂੰ ਦਫਨ ਕੀਤੀ ਸੁਬਹ ਪੱਟੀ ਗਈ ਬਿਲਕੁਲ ਉਵੇਂ ਕੋਈ ਦਾਗ ਨਹੀਂ ਕੋਈ ਦੱਬਾ ਨਹੀਂ ਖੁਸ਼ਬੂਦਾਰ ਉਹਦੇ ਕੋਲ ਹਰ ਬੰਦਾ ਹੀ ਕਹਿੰਦਾ ਪਿਆ। खुद मजिस्ट्रेट साहब ने आप खुद क्या यार इन्नियां कबरां ते गए लेकिन बदबू आंदी वाह दा बच्ची अल्लाह जी जिंदी कबर चों इन्नी खुशबू ते जिंदी लाश चों खुशबू आंदी पई। अच्छा हुण तुसीं की अपील करना चाहते हो? ਅਸੀਂ ਕਹਿੰਦੇ ਆ ਜੀ ਇਹਨਾਂ ਦਾ ਹੱਕ ਮਿਲ ਜਾਏ ਗਰੀਬਾਂ ਨੂੰ ਇਹ ਬੱਚੀ ਦਾ ਹੱਕ ਇਹਨਾਂ ਦੇ ਬੱਚਿਆਂ ਨੂੰ ਹੱਕ ਮਿਲ ਜਾਵੇ। ਇਹਨੇ ਕਿਉਂ ਐਡਾ ਜ਼ੁਲਮ ਕੀਤਾ ਅਗਰ ਇਹਨੇ ਅੱਜ ਜ਼ੁਲਮ ਕੀਤਾ ਕੱਲ ਨੂੰ ਕਿਸੇ ਦੀ ਹੋਰ ਬੱਚੀ ਤੇ ਵੀ ਜ਼ੁਲਮ ਕਰੇਗਾ ਤੇ ਇਹਦਾ ਲਿਹਾਜ਼ਾ ਹੁਣੇ ਹੀ ਇਹਨੂੰ ਇਸ ਜ਼ੁਲਮ ਦੀ ਇਹਨੂੰ ਇੰਨੀ ਸਜ਼ਾ ਮਿਲੀ ਜਾਏ। ਤੁਹਾਨੂੰ ਉਮੀਦ ਹੈਗੀ ਹੈ ਕਿ ਜਿਹੜੇ 14 ਸੈਂਪਲ ਲੈ ਕੇ ਗਏ ਨੇ ਜੱਜ ਸਾਹਿਬ ਲੈ ਕੇ ਗਏ ਨੇ ਪੁਲਿਸ ਦੀ ਨਿਗਰਾਨੀ 'ਚ ਤੁਹਾਨੂੰ ਉਮੀਦ ਹੈ ਕਿ ਤੁਹਾਨੂੰ ਇਨਸਾਫ ਮਿਲੇਗਾ? ਇਨਸ਼ਾਅੱਲਾ ਜੀ ਸੈਂਪਲ ਅੱਲਾ ਦੇ ਹੁਕਮ ਨਾਲ ਜੇ ਸਹੀ ਕਰਨ ਤੇ ਅੱਲਾ ਤੇ ਅੱਲਾ ਰਸੂਲ ਦੀ ਸੁਬਤ ਨਾਲ ਉਹਨਾਂ ਨੂੰ ਹੱਕ ਉਹਨਾਂ ਦਾ ਮਿਲੇਗਾ ਉਹਦੇ ਬੱਚਿਆਂ ਨੂੰ ਉਹਨਾਂ ਦੀ ਮਾਂ ਦਾ ਹੱਕ ਮਿਲੇਗਾ। ਉਹਨਾਂ ਦੇ ਕਿੰਨੇ ਬੱਚੇ ਨੇ? ਉਹਨਾਂ ਦੇ ਇੱਕ 2 ਬੱਚੇ ਨੇ ਇੱਕ ਬੱਚੀ ਹੈ ਜੀ ਇੱਕ ਬੱਚਾ ਹੈ ਛੋਟੇ ਬੱਚੇ ਨੇ ਲੇਕਿਨ ਉਹਨਾਂ ਦੀ ਨਾਨਾ ਹੈ ਜਿਹੜੀ ਉਹ ਵੀ ਬੁੱਢੀ ਜੀ ਹੈਗੀ ਵਿਚਾਰੀ ਜ਼ੀਫ ਉਮਰ ਹੈ ਲੇਕਿਨ ਉਦੋਂ ਵੱਡੀਆਂ ਜ਼ਿਆਦਾ ਔਰਤਾਂ ਨੇ ਉਹਦੀ ਦਾਲ ਨਹੀਂ ਗਲਣ ਦਿੱਤੀ ਉਹਨੂੰ ਨਹਾਉਣ ਦੇ ਨੇੜੇ ਹੀ ਨਹੀਂ ਜਾਣ ਦਿੱਤਾ ਤੂੰ ਬਿਮਾਰ ਹੈ ਤੂੰ ਅਹੀਂ ਇਹ ਉਹ ਤੂੰ ਮਨੇ ਹੋ ਕੇ ਬਹਿ लेकिन उन्होंने आप ही उन्हें नहा के थे दफन किया जनाजा पढ़ा कर चलो जी। जी नाज़रीन ये अहले गांव के लोग हैं इनका कहना है कि जब कब्र कुशाई की गई तो जो मुतासरा बहन थी उसका जिस्म उसी तरह था जैसे आज ही दफनाया हो कफन तक मैला नहीं हुआ। तो उसके बाद जो देखने वाली बात है जो आज हम आपको बताने जा रहे हैं वो ये है कि यहाँ पर जब उसके यानी कि जिस्म को देखा गया उसके
बॉडी को देखा गया तो किसी भी जगह से बॉडी कोई गली सड़ी नहीं थी, उसी असल हालत में थी जैसे उसको आज ही दफनाया गया। उसके बाद उसके 14 सैंपल लिए गए। 14 सैंपल लेने के बाद इलाकाई मजिस्ट्रेट और पुलिस की भारी नफरी और डॉक्टरों का बोर्ड उसको यानी कि लेकर चला गया यहाँ से। उनका कहना है कि 3 हफ्ते के बाद हम रिपोर्ट देंगे, 3 हफ्ते बाद पता चलेगा हकीकत में ये माजरा क्या था। उसके मियाँ ने उस पर तशद्दुद किया। लेकिन एक बात मैं आपको बताना चाहूँ, जब हमारी इस भाई से बात हुई, उनका कहना है कि उसके यानी कि बेरहमी के साथ कत्ल किया गया। पूरी जिस्म पर उसके निशान थे, यानी कि उसके अगर कमर की बात की जाए तो वहां पर भी तशद्दुद के निशान थे, अगर गर्दन की बात की जाए तो वहां पर भी तशद्दुद के निशान थे। तो यानी कि उसको बेरहमी के साथ कत्ल किया गया। हमारे भी लू खंडे खड़े हो जाते हैं ऐसी बातें सुनकर के। क्या इस तरह के भी लोग मौजूद हैं? एक वालिदैन ने अपनी बेटी दे दी है, 3 से 4 साल या 10 साल आपके साथ शादी का उसने वक्त गुजारा है, 2 बच्चे पैदा किए हैं, आपकी बीवी है, आपके घर का फर्द है, मगर फिर भी आप उस पर तशद्दुद कर रहे हैं, उसको जिंदगी से मार रहे हैं। अगर आपके कोई घर में इख्तलाफात थे तो आप उसे तलाक दे देते, वो अपने वालिदैन के पास चली जाती। मगर तशद्दुद करने का, उसको मारने का मकसद क्या है? तो अल्लाह हकाम को भी सोचना चाहिए। अगर उस दरिंदा सिर्फ इंसान ने अपनी बीवी को खुद मारा है, उस पर खुद तशद्दुद किया, तो हमारी अल्लाह हकाम से अपील है कि इसको सजाए मौत होनी चाहिए, इससे कम सजा नहीं होनी चाहिए, ताकि जो दरिंदा सिर्फ इंसान है जो अपनी यानी कि फैमिली को मारते हैं, उनको इससे कम सजा नहीं होनी चाहिए। तो इसी के साथ अपने मेजबान सरदार जुवेदा लोगों को दीजिए इजाजत। अल्लाह निगहबान।